शुरुआत जिहड़ी आपां करांगे जो चलदा पिया, जो आपां देखिआ ਐਤਵਾਰ ਦੀ ਕੁਲੈਣੀ ਸ਼ਾਮ ਜਦੋਂ ਤਰਕਾਲਾਂ ਟਲ ਰਹੀਆਂ ਸਨ ਤਾਂ ਇੱਕ ਬਹੁਤ ਪ੍ਰਸਿੱਧ ਸਿੰਗਰ ਮੂਸੇਵਾਲ ਕਤਲ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਤਰ੍ਹਾਂ ਨਾਲ ਸਾਡੇ ਜ਼ਹਿਨ ਦੇ ਵਿੱਚ ਖੜਾ ਕਰਦੀਆਂ ਨੇ, ਇੱਕ ਬਹੁਤ ਵੱਡਾ ਸ਼ੋਰ ਪੈਦਾ ਕਰਦੀਆਂ ਨੇ ਕਿ ਅਸੀਂ ਕਿਸ ਮੁਹਾਨ 'ਤੇ ਆ ਪਹੁੰਚੇ ਹਾਂ। ਤਾਂ ਮੈਂ ਇਸੇ ਸੰਦਰਭ 'ਚ ਕਹਿ ਰਿਹਾ ਕਿ ਗੁਰਦੀਪ ਸਿੰਘ ਮਾਮੂ ਹੋਰਾਂ ਨੇ ਉਚੇਚਾ ਟਾਕ ਸ਼ੋਅ ਦੇ ਵਿੱਚ ਕਾਲ ਕੀਤਾ। ਉਹਨਾਂ ਦੇ ਸੁਰ ਭਾਰੇ ਸਨ, ਜਿਨ੍ਹਾਂ ਨੇ ਹੁਬ ਕੇ ਕਦੇ ਸਾਡੇ ਨਾਲ ਬਹਿਸਾਂ ਕੀਤੀਆਂ ਸਨ ਟਾਕ ਸ਼ੋਅ ਦੇ ਵਿੱਚ, ਜਿਨ੍ਹਾਂ ਨੇ ਕਦੇ ਵੋਟਾਂ ਮੰਗੀਆਂ ਸਨ ਕੈਨੇਡਾ ਦੇ ਵਿੱਚ ਆਮ ਆਦਮੀ ਪਾਰਟੀ ਵਾਸਤੇ ਕਿ ਚੇਂਜ ਜ਼ਰੂਰੀ ਹੈ। ਤਾਂ ਉਸ ਬੰਦੇ ਦੇ, ਉਸ ਸ਼ਖਸ ਦੇ ਕਿਤੇ ਨਾ ਕਿਤੇ ਲਹਿਜ਼ੇ ਦੇ ਵਿੱਚ ਥੋੜ੍ਹਾ ਭਾਰਾਪਨ ਸੀਗਾ, ਥੋੜ੍ਹਾ ਕਿਤੇ ਨਾ ਕਿਤੇ ਉਹਨਾਂ ਦੇ ਸੁਰਾਂ ਦੇ ਵਿੱਚ ਨਾ ਉਦਾਸੀਨਤਾ ਸੀਗੀ। ਉਹਨਾਂ ਨੇ ਬਹੁਤ ਭਾਰੀ ਸ਼ਬਦਾਂ ਨਾਲ ਕਿਹਾ ਕਿ ਜ਼ਰੂਰ ਯਾਰ ਸਾਡਾ ਸੁਨੇਹਾ ਲਾਓ ਕਿ ਮਾਨ ਸਾਡਾ ਮਾਣ ਹੈ ਅਤੇ ਅਸੀਂ ਉਹਦੇ 'ਤੇ ਅੱਜ ਵੀ ਮਾਣ ਕਰਦੇ ਹਾਂ। ਥੋੜ੍ਹਾ ਮਤਲਬ ਕਿ ਕੁਛ ਨਾ ਕੁਛ ਐਸਾ ਕਰਕੇ ਦਿਖਾਵੇ ਕਿ ਅਸੀਂ ਲੋਕਾਂ ਨੂੰ ਮੂੰਹ ਵਿਖਾਉਣ ਜੋਗੇ ਰਹੀਏ। ਦੇਖੋ ਕਿੱਡੀ ਵੱਡੀ ਗੱਲ ਕਹੀ ਉਹਨਾਂ ਨੇ ਕਿ ਐਸਾ ਕੁਛ ਕਰੋ ਕਿ ਮਤਲਬ ਅਸੀਂ ਲੋਕਾਂ ਨੂੰ ਮੂੰਹ ਵਿਖਾਉਣ ਜੋਗੇ ਰਹਿ ਜਾਈਏ। ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਕੋਈ ਬਜ਼ੁਰਗ ਆਦਮੀ ਇਸ ਤਰ੍ਹਾਂ ਕਰਦਾ। ਬਜ਼ੁਰਗ ਨੇ ਬੜੇ ਸਤਿਕਾਰਯੋਗ ਨੇ। ਤਾਂ ਮੈਂ ਜਿਹੜੀ ਗੱਲ ਸ਼ੁਰੂ ਕਰਨ ਜਾ ਰਿਹਾ, ਸਭ ਤੋਂ ਪਹਿਲਾਂ ਕਿ ਮਾਨ ਸਾਹਿਬ ਨੂੰ ਇਹ ਦੇਖਣਾ ਪਏਗਾ ਕਿ ਜੇ ਤੁਸੀਂ ਦੇਖੋਗੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਭ ਤੋਂ ਵੱਡੀ ਫੇਲੀਅਰ ਦੀ ਜੇ ਸਟਾਰਟਿੰਗ ਦੇਖੋਗੇ ਤੁਸੀਂ ਤਾਂ ਉਹ ਇਹ ਸੀਗੇ ਕਿ ਉਹਨਾਂ ਨੇ ਪੰਜਾਬ ਨੂੰ ਕਦੇ ਵੀ ਜ਼ਮੀਨ 'ਤੇ ਉਤਰ ਕੇ ਨਹੀਂ ਸੀ ਵੇਖਿਆ। ਪੰਜਾਬ ਦੇ ਵਿੱਚ ਕੀ ਚੱਲ ਰਿਹਾ ਉਹ ਸਿਸਮਾਂ ਤੋਂ ਸਰਕਾਰ ਚਲਾ ਰਹੇ ਸਨ, ਉਹ ਸਿਸਮਾਂ ਤੋਂ ਸਰਕਾਰ ਚਲਾ ਰਹੇ ਸੀਗੇ। ਸੋ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬਹੁਤ ਵੱਡਾ ਉਹਨਾਂ ਵਾਸਤੇ ਘਾਟਾ ਸੀਗਾ, ਬਹੁਤ ਵੱਡਾ ਘਾਟਾ ਸੀਗਾ ਜਿਹੜਾ ਕਿ ਹੌਲੀ ਹੌਲੀ ਉਹਨਾਂ ਨੂੰ ਲੈ ਡੁੱਬਿਆ। ਕਿਉਂਕਿ ਜੇ ਤੁਸੀਂ ਪੰਜਾਬ ਦੇ ਵਿੱਚ ਰਹੋਗੇ, ਪੰਜਾਬ ਦੇ ਵਿੱਚ ਸਮੱਸਿਆਵਾਂ ਨੂੰ ਵਾਚੋਗੇ, ਭਾਪੋਗੇ ਤਾਂ ਬਹੁਤ ਹੱਦ ਤੱਕ ਕਹਿ ਲਓ ਕਿ ਤੁਹਾਨੂੰ ਪਤਾ ਲੱਗਦਾ ਕਿ ਹੇਠਾਂ ਕੀ ਚੱਲ ਰਿਹਾ। ਮੈਂ ਕੁਛ ਘਟਨਾਵਾਂ ਕੋਟ ਕਰ ਦਿੰਦਾ। ਦੇਖੋ ਮੇਰੀ ਬੇਨਤੀ ਹੈ ਕਿ ਕੋਈ ਮੈਨੂੰ ਕੀ ਕਹਿ ਰਿਹਾ, ਕੋਈ ਚੱਕਰ ਨਹੀਂ, ਕਹਿਣ ਦੇ ਫਰਸਟ੍ਰੇਟ ਲੋਕ ਨੇ ਜਾਂ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਬਸ ਇੱਕੋ ਚਸ਼ਮੇ 'ਚੋਂ ਇੱਕੋ ਰੰਗ ਦੀ ਦੁਨੀਆ ਦੀਦੀ ਹੈ। ਮੈਂ ਇਹਨਾਂ ਨੂੰ ਕੁਛ ਨਹੀਂ ਕਹਿਣਾ ਚਾਹੁੰਦਾ ਅਤੇ ਬਈ ਬਹੁਤ ਸਤਿਕਾਰ ਕਰਦਾ। ਕੋਈ ਗੱਲ ਨਹੀਂ ਹੈ ਜੀ, ਮੈਂ ਅਮਲੀ ਹਾਂ, ਚਾਹੇ ਮੈਂ ਕੁਛ ਵੀ ਹਾਂ, ਪਰ ਇੱਕ ਪੰਜਾਬੀ ਤਾਂ ਗਿਣਦੇ ਹੋ, ਕੁਛ ਵੀ ਹਾਂ ਮੈਂ, ਚੋਰ ਹਾਂ, ਚੱਕਾਂ, ਕੁਛ ਵੀ ਹਾਂ, ਪਰ ਇੱਕ ਪੰਜਾਬੀ, ਇੱਕ ਨਾਗਰਿਕ ਹਾਂ। ਨਾਗਰਿਕ ਹੋਣ ਦੇ ਨਾਤੇ ਆਪਣੇ ਵੈਰੀਫਾਈਡ ਅਕਾਊਂਟ ਤੋਂ ਮੈਨੂੰ ਲਾਈਵ ਹੋਣ ਦਾ ਹੱਕ ਹੈ। ਕਿ ਜੇ ਤੁਸੀਂ ਇਹ ਵੀ ਹੱਕ ਨਹੀਂ ਦੇ ਸਕਦੇ ਤਾਂ ਫਿਰ ਕਾਈਂਡਲੀ ਇੱਦਾਂ ਕਰੋ, ਮੈਨੂੰ ਮਤਲਬ ਕਿ ਇੱਦਾਂ ਕਰੋ, ਕਿਸੇ ਕੰਟੇਨਰ 'ਚ ਪਾ ਕੇ ਅਤੇ ਫਾਜ਼ਿਲਕਾ ਸਾਡੇ ਲਾਗੇ ਆ, ਮੈਨੂੰ ਬਾਰਡਰ ਟਪਾ ਦਿਓ, ਠੀਕ ਹੈ ਨਾ, ਉੱਥੇ ਸੁੱਟਿਓ। ਜੇ ਤੁਸੀਂ ਇਹ ਵੀ ਨਹੀਂ ਹੱਕ ਦੇਣਾ ਚਾਹੁੰਦੇ ਨਾ, ਲਾਂਟੀਓ ਲੋਕੋ, ਫਿਰ ਸਾਨੂੰ ਸਮੁੰਦਰ 'ਚ ਸੁੱਟਿਓ ਟਰੱਕ ਭਰ ਕੇ। ਜੇ ਤੁਸੀਂ ਸਾਨੂੰ ਬੋਲਣ ਵੀ ਨਹੀਂ ਦੇਣਾ ਚਾਹੁੰਦੇ ਨਾ, ਤਾਂ ਫਿਰ ਸਾਨੂੰ ਗੋਲੀ ਮਾਰ ਦਿਓ। ਗੋਲੀਆਂ ਤਾਂ ਵੱਜ ਰਹੀਆਂ ਨਾ, ਇੱਕ ਪਿਸਤੌਲ ਭਰ ਕੇ ਲਿਆਓ। ਇੱਥੇ ਤੁਹਾਡੀ ਫਰਸਟ੍ਰੇਸ਼ਨ ਨਿਕਲ ਸਕਦੀ, ਇੱਥੇ ਹੱਲ ਨਹੀਂ ਨਿਕਲਣਾ। ਤੁਸੀਂ ਆਓ, ਰਿਵਾਲਵਰ ਭਰ ਕੇ ਲੈ ਕੇ ਆਓ ਅਤੇ ਤੁਸੀਂ ਆ ਕੇ ਸ਼ੂਟ ਕਰ ਦਿਓ ਸਾਨੂੰ ਵੀ, ਠੀਕ ਹੈ ਨਾ। ਜਿੱਥੇ ਦੂਜਿਆਂ ਦੇ ਮਾਵਾਂ ਦੇ ਪੁੱਤ ਮਰ ਰਹੇ ਆ, ਤੁਸੀਂ ਸਾਨੂੰ ਸ਼ੂਟ ਕਰ ਦਿਓ ਆ ਕੇ, ਕਿਉਂਕਿ ਤੁਸੀਂ ਲੋਕ ਅਕਲ ਦੇ ਪੱਖ ਤੋਂ ਅੰਗਹੀਣ ਹੋ ਚੁੱਕੇ ਹੋ। ਸੋ ਖੈਰ, ਮੈਂ ਜਿਹੜੀ ਗੱਲ ਕਰ ਰਿਹਾ ਕੁਛ ਮਿੰਟਾਂ ਦੇ ਵਿੱਚ ਹੀ ਗੱਲ ਨਿਬੇੜ ਦੇਵਾਂਗਾ ਕਿ ਸਭ ਤੋਂ ਪਹਿਲਾਂ ਤਾਂ ਦੇਖੋ ਤੁਹਾਡੀ ਇੰਟੈਲੀਜੈਂਸੀ ਦੀ ਫੇਲੀਅਰ ਰਹੀ ਹੈ। ਇੰਟੈਲੀਜੈਂਸ ਤੁਹਾਡੀ ਜਿਹੜੀ ਹੈ ਉਹ ਇਸ ਕਿਸਮ ਦੀ ਹੈ ਕਿ ਉਹਦੇ ਆਪਣੇ ਹੈੱਡਕੁਆਟਰ 'ਤੇ ਅਟੈਕ ਹੋ ਜਾਂਦਾ ਹੈ। ਜਦ ਅਟੈਕ ਹੁੰਦਾ ਹੈ ਉਸ ਸਮੇਂ ਔਨ ਰਿਕਾਰਡ ਹੈ ਚੀਜ਼ ਕਿ ਉਸ ਸਮੇਂ ਪੀਜ਼ਾ ਡਿਲੀਵਰ ਹੋ ਰਿਹਾ ਸੀਗਾ, ਮਤਲਬ ਕਿ ਪੀਜ਼ਾ ਮੰਗਵਾਇਆ ਜਾ ਰਿਹਾ ਸੀਗਾ ਕੋਕਾ ਕੋਲਾ ਦੇ ਨਾਲ, ਸ਼ਾਇਦ ਉਹ ਖਾਣਾ ਹੋਏਗਾ, ਤਾਂ ਉੱਥੇ ਅਟੈਕ ਹੋ ਜਾਂਦਾ ਹੈ। ਤੁਹਾਡੀ ਮਤਲਬ ਕਿ ਇੰਟੈਲੀਜੈਂਸੀ ਦੀ ਇਹ ਸਭ ਤੋਂ ਵੱਡੀ ਫੇਲੀਅਰ ਸੀਗੀ। ਫਿਰ ਪਟਿਆਲਾ ਦੇ ਵਿੱਚ ਜੋ ਹੋਇਆ ਉਹ ਇੱਕ ਅਨਦਰ ਫੇਲੀਅਰ ਸੀਗੀ, ਉਹ ਸਭ ਨੂੰ ਪਤਾ ਹੈ। ਇਸ ਤੋਂ ਇਲਾਵਾ ਜੇ ਤੁਸੀਂ ਅੱਗੇ ਆ ਕੇ ਵੇਖੋਗੇ ਤਾਂ ਇਹਦੇ ਵਿੱਚ ਵੀ ਇੱਕ ਇੰਟੈਲੀਜੈਂਸ ਫੇਲੀਅਰ ਰਹੀ ਹੈ। ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇੰਟੈਲੀਜੈਂਸ ਜਿਹੜੀ ਹੁੰਦੀ ਹੈ ਨਾ, ਉਹ ਕਿਸੇ ਵੀ ਸਰਕਾਰ ਦਾ ਜਿੱਦਾਂ ਕਹਿ ਲਓ ਨਾ ਕਿ ਇੱਕ ਐਸਾ ਤਾਣਾ ਬਾਣਾ ਹੁੰਦਾ ਜੋ ਘਟਨਾਵਾਂ ਤੋਂ ਪਹਿਲਾਂ ਸਰਕਾਰ ਨੂੰ ਸੁਚੇਤ ਕਰਦੀ ਹੈ ਕਿ ਅਜਿਹਾ ਹੋ ਸਕਦਾ ਹੈ। ਤੁਹਾਡੀ ਇੰਟੈਲੀਜੈਂਸੀ ਦੀ ਮੈਂ ਇੱਕ ਕਹਾਣੀ ਹੋਰ ਸੁਣਾ ਦਿੰਦਾ। ਬੀਤੇ ਰੋਜ਼ ਫਾਜ਼ਿਲਕਾ ਏਰੀਆ 'ਚ
मतलब कि मसलन 2-3 दिन पहला एक बंदा चुकिया गया, मैं हाले रिवील नहीं करांगा, इस तो बाद फिर जे ਉਹਦੀ गिरफ्तारी पै गई ਜਾਂ ਛੱਡ ਦਿੱਤਾ ਗਿਆ ਉਹ ਗੱਲ ਵੱਖਰੀ ਹੈ। ਜੇ ਉਹਦੀ गिरफ्तारी पै गई ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ। ਉਹ ਸ਼ਖਸ ਫਾਜ਼ਿਲਕਾ ਏਰੀਏ 'ਚ ਕਿਸੇ ਵੀ ਪਿੰਡ ਦਾ ਹੋ ਸਕਦਾ ਹੈ, ਬਾਰਡਰ ਏਰੀਏ 'ਚ, ਉਹ ਬੰਦਾ ਬਹੁਤ ਬਦਨਾਮ ਸੀਗਾ। ਉਹਨੇ ਪੁਲਿਸ ਦੇ ਨਾਲ ਰਲ ਕੇ ਬਹੁਤ ਕੰਮ ਕੀਤਾ, ਸਾਰੀ ਪੁਲਿਸ ਦੇ ਨਾਲ ਨਹੀਂ, ਪੁਲਿਸ ਦੇ ਕੁਛ ਕਹਿ ਲਓ ਕਿ ਬਲੈਕ ਸ਼ੀਪਸ ਜਿਹੜੇ ਹੁੰਦੇ ਆ ਉਹਨਾਂ ਦੇ ਨਾਲ ਰਲ ਕੇ। ਤਾਂ ਹਿਸਾਬ ਲਾ ਲਓ ਕਿ ਉਹ ਬੰਦਾ ਕਾਂਗਰਸ ਸਰਕਾਰ ਵੇਲੇ ਖੁੱਲਿਆ, ਇੰਨਾ ਉਸ ਬੰਦੇ ਨੇ ਇੱਥੇ ਕੰਮ ਕੀਤਾ ਕਿ ਸਾਰੇ ਜਾਣੂ ਨੇ, ਪੁਲਿਸ ਵਾਲੇ ਵੀ ਜਾਣੂ ਨੇ ਤੇ ਉੱਥੋਂ ਦੇ ਵਸ਼ਿੰਦੇ ਵੀ ਜਾਣੂ ਹੋਣਗੇ। ਅੱਛਾ, ਕਮਾਲ ਦੀ ਗੱਲ ਇਹ ਆ ਕਿ ਸਾਡੀ ਕਿਸੇ ਵੀ ਇੰਟੈਲੀਜੈਂਸ ਕੋਲ ਕੋਈ ਇਨਪੁਟ ਨਹੀਂ, ਜਦ ਕਿ ਬਾਹਰਲੇ, ਹੁਣ ਮੈਂ ਨਾਂ ਨਹੀਂ ਲੈ ਸਕਦਾ, ਵੈਸੇ ਮੇਰੇ ਕੋਲ ਇੱਕ ਸੈਂਟਰਲ ਏਜੰਸੀ ਦਾ ਨਾਂ ਵੀ ਹੈ ਕਿ ਉਹਨੇ ਚੱਕਿਆ, ਜੋ ਮੈਨੂੰ ਮਤਲਬ ਕਿ ਮੇਰੇ ਸੋਰਸਸ ਨੇ ਦੱਸਿਆ। ਤਾਂ ਹਿਸਾਬ ਲਾ ਲਓ ਸੈਂਟਰਲ ਏਜੰਸੀਆਂ ਬੰਦਾ ਚੁੱਕ ਕੇ ਲੈ ਕੇ ਗਈਆਂ ਨੇ। ਕੋਈ ਵੀ ਹੋ ਸਕਦਾ, ਸੈਂਟਰਲ ਏਜੰਸੀ 'ਚ ਕੋਈ NIA ਹੋ ਸਕਦੀ ਹੈ, ਜਾਂ ਕੋਈ ਉਹਨਾਂ ਦਾ ਜੋ ਨਾਰਕੋਟੈਕ ਬਿਊਰੋ ਹੁੰਦਾ ਉਹ ਹੋ ਸਕਦਾ, ਕੋਈ ਵੀ ਹੋ ਸਕਦਾ। ਤੁਸੀਂ ਹਿਸਾਬ ਲਾ ਲਓ ਕਿ ਸਾਡੇ ਇੱਥੇ ਉਹ ਬੰਦਾ 4-5 ਸਾਲ ਤੱਕ ਖੁੱਲ੍ਹੇ ਰੂਪ ਦੇ ਵਿੱਚ ਨਾ ਸਿਰਫ ਕੰਮ ਕਰਦਾ ਰਿਹਾ ਪੁਲਿਸ ਦੀ ਮੁਖਬਰੀ ਕਰਕੇ, ਪੁਲਿਸ ਦੇ ਨਾਲ ਚੱਲ ਕੇ, ਬਲਕਿ ਨਜਾਇਜ਼ ਪਰਚੇ ਤੱਕ ਹੁੰਦੇ ਰਹੇ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਸਾਡੀ ਇੰਟੈਲੀਜੈਂਸੀ ਕਿੱਥੇ ਹੈ ਜਾਂ ਅਸੀਂ ਕਿੱਥੇ ਬੈਠੇ ਹਾਂ, ਕਿ ਸਾਡੇ ਏਰੀਏ 'ਚੋਂ ਜਾਂ ਸਾਡੇ ਆਪਣੇ ਜੂਰਿਸਡਿਕਸ਼ਨ ਦੇ ਵਿੱਚੋਂ ਕੋਈ ਬੰਦਾ ਮਤਲਬ ਕਿ ਚੱਕਿਆ ਜਾਂਦਾ, ਸੈਂਟਰਲ ਏਜੰਸੀਆਂ ਚੱਕ ਕੇ ਲੈ ਕੇ ਜਾਂਦੀਆਂ, ਪਰ ਸਾਨੂੰ ਭਿਣਕ ਹੀ ਨਹੀਂ ਹੈ ਕਿ ਉਹ ਬੰਦਾ ਕੀ ਕਰ ਰਿਹਾ। ਇਹ 2-3 ਦਿਨ ਤੱਕ ਸ਼ਾਇਦ ਤੁਹਾਡੇ ਕੋਲ ਇਹ ਖਬਰ ਪਹੁੰਚ ਜਾਏਗੀ, ਜੇ ਗ੍ਰਿਫਤਾਰੀ ਪੈ ਗਈ, ਜਾਂ ਹੋ ਸਕਦਾ ਕਿ ਉਹਦੀ ਕਿਸਮਤ ਚੰਗੀ ਹੋਵੇ ਕਿ ਉੱਥੋਂ ਵੀ ਸੁੱਕਾ ਨਿਕਲ ਆਵੇ, ਜਿਵੇਂ ਇੱਥੇ ਸੁੱਕਾ ਰਹਿ ਰਿਹਾ ਸੀਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਤੁਹਾਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਦੇਖੋ, ਅਖਬਾਰਾਂ, ਇੰਡੀਅਨ ਐਕਸਪ੍ਰੈਸ ਨੇ ਇੱਕ ਸਟੋਰੀ ਛਾਪੀ ਹੈ, ਇੰਡੀਅਨ ਐਕਸਪ੍ਰੈਸ ਨੇ, ਕਿਉਂਕਿ ਮੈਂ ਜੋ ਵੀ ਇਹ ਬੋਲਦੇ ਨੇ ਮੇਰੇ ਵੀਰ ਨੇ ਸਾਰੇ, ਮਨਮੋਹਨ ਵਾਰਸ ਨੇ ਇਹਨਾਂ ਵਾਸਤੇ ਇੱਕ ਗੱਲ ਕਹੀ ਸੀ ਕਿ ਡਰ ਨਾ ਦਿਲਾਏ ਆਪਣੇ ਲੋਕ ਨੇ। ਪਲੀਜ਼ ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਕੋਈ ਗੱਲ ਨਹੀਂ ਹੈ ਯਾਰ, ਪਲੀਜ਼ ਮੈਂ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਕੋਈ ਗੱਲ ਨਹੀਂ, ਜੇ ਕੋਈ ਮੈਨੂੰ ਗਾਲ ਕੱਢਦਾ ਪਲੀਜ਼ ਤੁਸੀਂ ਗਾਲ ਨਾ ਕੱਢੋ, ਕਿਉਂਕਿ ਅਸੀਂ ਉਹਨਾਂ ਦੀ ਧੀ ਭੈਣ ਨੂੰ ਕੁਛ ਨਹੀਂ ਕਹਿਣਾ, ਉਹਨਾਂ ਦੀ ਧੀ ਭੈਣ ਵੀ ਸਾਡੀ ਹੈ। ਪਲੀਜ਼ ਕੋਈ ਗੱਲ ਨਹੀਂ ਹੈ, ਕਹਿ ਲੈਣ ਦਿਓ, ਉਹਨਾਂ ਦੀ ਭੈਣ ਮੇਰੀ ਭੈਣ ਹੈ। ਸਮਝ ਲਓ ਕਿ ਜੋ ਮੈਨੂੰ ਗਾਲਾਂ ਕੱਢ ਰਿਹਾ, ਪਲੀਜ਼ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਕਿ ਉਹ ਮੇਰੀ ਭੈਣ ਹੈ, ਮੇਰੀ ਧੀ ਹੈ, ਮੇਰੀ ਮਾਂ, ਪਲੀਜ਼ ਚੁੱਪ ਕਰ ਜਾਓ। ਅੱਛਾ, ਮੈਂ ਕਹਿ ਰਿਹਾ ਕਿ ਇੰਡੀਅਨ ਐਕਸਪ੍ਰੈਸ ਦੀ ਸਟੋਰੀ ਹੈ। ਮੈਂ ਦੇਖੋ, ਸਰਕਾਰ ਨੂੰ ਕ੍ਰਿਟਿਸਿਜ਼ਮ ਨਹੀਂ ਕੀਤਾ ਜਾਂਦਾ ਹੁੰਦਾ, ਸਰਕਾਰ ਦੀਆਂ ਨੀਤੀਆਂ, ਫੇਲੀਅਰਸ, ਉਹਨਾਂ ਚੀਜ਼ਾਂ ਦਾ ਕ੍ਰਿਟਿਸਿਜ਼ਮ ਹੁੰਦਾ ਹੈ। ਅਸੀਂ ਭਗਵੰਤ ਮਾਨ ਦੇ ਦੁਸ਼ਮਣ ਨਹੀਂ ਹੈ, ਸਗੋਂ ਭਗਵੰਤ ਮਾਨ ਨੂੰ ਇੱਕ ਸੁਨੇਹਾ ਦੇਣ ਜਾ ਰਹੇ ਹਾਂ, ਬੜਾ ਕੰਮ ਦਾ ਰਹੇਗਾ ਕਿ ਜੇ ਤੁਸੀਂ ਭਗਵੰਤ ਮਾਨ ਨੂੰ ਪਿਆਰ ਕਰਦੇ ਹੋ ਤਾਂ ਫਿਰ ਤੁਸੀਂ ਮੇਰੇ ਖਿਆਲ ਦੇ ਨਾਲ ਸਾਨੂੰ ਗਾਲਾਂ ਨਹੀਂ ਕੱਢੋਗੇ, ਸ਼ਾਬਾਸ਼ ਦਿਓਗੇ ਐਂਡ ਦੇ ਵਿੱਚ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੰਡੀਅਨ ਐਕਸਪ੍ਰੈਸ ਦੇ ਵਿੱਚ ਸਟੋਰੀ ਹੋਈ ਸੀਗੀ, ਅੱਜ ਤੋਂ ਲਾ ਲਓ ਕੋਈ 4-5 ਦਿਨ, ਉਹਨਾਂ ਨੇ ਬੜੀ ਪੁਖਤਾ ਸਟੋਰੀ ਦਿੱਤੀ। ਉਹ ਕਹਿੰਦੇ ਕਿ ਵੇਖੋ, ਗੱਲ ਇਹ ਆ ਕਿ ਜਦੋਂ 15 ਅਪ੍ਰੈਲ ਦੇ ਨੇੜੇ ਇੱਕ ਮੁੰਡਾ ਦਿੱਲੀ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਫੜਿਆ, ਉਹਨਾਂ ਨੇ ਸਿੱਧੇ ਤੌਰ 'ਤੇ ਸਿੱਧੂ ਮੂਸੇਵਾਲੇ ਦਾ ਨਾਮ ਲੈ ਦਿੱਤਾ ਕਿ ਅਸੀਂ ਇਸ ਬੰਦੇ ਦਾ ਟਾਈਮ ਚੱਕਣਾ। ਅਸੀਂ ਰੇਕੀ ਵੀ ਕਰਕੇ ਆਏ, ਪਰ ਹੋਇਆ ਕਿ ਉਹਨਾਂ ਦੇ ਕੋਲ ਹੈਵੀ ਸਿਕਿਉਰਿਟੀ ਹੋਣ ਕਰਕੇ ਸਾਡਾ ਜਿਹੜਾ ਪਲਾਨ ਹੈ, ਸਾਡਾ ਜਿਹੜਾ ਕਹਿ ਲਓ ਕਿ ਸਕੀਮ, ਯੋਜਨਾ ਵਾਲਾ ਜੋ ਕੰਮ ਸੀਗਾ, ਉਹ ਅਸੀਂ ਪਾਸੇ ਕਰ ਦਿੱਤਾ, ਟਾਲ ਦਿੱਤਾ ਇੱਕ ਵਾਰੀ। ਅੱਛਾ, ਹੁਣ ਤੁਸੀਂ ਇੱਕ ਚੀਜ਼ ਦੇਖੋ ਕਿ ਉਸੇ ਸਟੋਰੀ ਦੇ ਵਿੱਚ ਮੈਂਸ਼ਨ ਹੈ ਇੰਡੀਅਨ ਐਕਸਪ੍ਰੈਸ ਦੇ ਵਿੱਚ, ਮੈਂ ਕਿਸੇ ਪੰਜਾਬੀ ਅਖਬਾਰ ਨੂੰ ਕੋਟ ਨਹੀਂ ਕਰਾਂਗਾ ਕਿਉਂਕਿ ਉਸ ਸਟੋਰੀ ਤੋਂ ਬਾਅਦ ਹੀ ਸਟੋਰੀਆਂ ਲੱਗੀਆਂ ਸਨ ਸਾਡੇ ਲੋਕਲ ਮੀਡੀਆ ਦੇ ਵਿੱਚ। ਤਾਂ ਉਹਨਾਂ ਦੇ ਕਹਿਣ ਦੇ ਮੁਤਾਬਕ, ਇੰਡੀਅਨ ਐਕਸਪ੍ਰੈਸ ਦੇ ਕਹਿਣ ਦੇ ਮੁਤਾਬਕ, ਕਿ ਬਈ ਪੰਜਾਬ ਪੁਲਿਸ ਨੂੰ ਅਗਾਹ ਕਰ ਦਿੱਤਾ ਗਿਆ ਸੀਗਾ ਕਿ ਤੁਹਾਡੀ ਸੈਲੀਬ੍ਰਿਟੀ ਜਿਹੜੀ ਹੈ, ਤੁਹਾਡੀ ਮਤਲਬ ਕਿ ਹਸਤੀ ਹੈ ਜਿਹੜੀ, ਉਹ ਬਈ ਅੰਡਰ ਥ੍ਰੈਟ ਹੈ, ਜਾਂ ਕਹਿ ਲਓ ਕਿ ਅੰਡਰ ਰਿਸਕ ਹੈ, ਕਿ ਬਈ ਉਹਨੂੰ ਸਿਕਿਉਰਿਟੀ ਵਗੈਰਾ ਦੇ ਇੰਤਜ਼ਾਮ ਕਰ ਦਿਓ। ਅੱਛਾ, ਹੁਣ ਇੱਥੇ ਇੱਕ ਵੱਡਾ ਸਵਾਲ ਹੋਏਗਾ ਕਿ ਕੀ ਇੰਟੈਲੀਜੈਂਸੀ ਨੇ ਤੁਹਾਡੇ ਤੱਕ, ਜਾਂ ਕਿਉਂਕਿ ਹੋਮ ਮਿਨਿਸਟਰੀ ਤੁਹਾਡੇ ਕੋਲ ਆ, ਕਿ ਤੁਹਾਡੇ ਤੱਕ ਉਹ ਸੂਚਨਾ ਪਹੁੰਚਾਈ ਸੀ ਜਾਂ ਨਹੀਂ, ਤੁਹਾਡੇ ਤੱਕ ਇਹ ਸੂਚਨਾ ਪਹੁੰਚਾਈ ਸੀ ਜਾਂ ਨਹੀਂ। ਇਹ ਇੱਕ ਬੜਾ ਕਹਿ ਲਓ ਕਿ ਮੈਂ ਕਹੂੰਗਾ ਕਿ ਜਵਾਬ ਦੇਣ ਵਾਲਾ ਸਵਾਲ ਹੈ। ਇਹਦੇ 'ਤੇ ਸਪਸ਼ਟਤਾ ਜ਼ਰੂਰੀ ਹੈ ਕਿ ਕੀ ਇੰਡੀਅਨ ਐਕਸਪ੍ਰੈਸ ਨੇ ਉਹ ਸਟੋਰੀ ਜਿਹੜੀ ਹੈ ਉਹ ਉੱਦਾਂ ਹੀ ਛਾਪ ਦਿੱਤੀ। ਜੇ ਮੰਨ ਲਓ ਸਟੋਰੀ ਸਹੀ ਹੈ ਤਾਂ ਕੀ CMO ਨਾਲ ਜਾਂ ਹੋਮ ਮਿਨਿਸਟਰੀ ਦੇ ਨਾਲ ਉਹ ਸਾਰਾ ਕੁਝ ਉਹਨਾਂ ਨੇ ਸ਼ੇਅਰ ਕੀਤਾ, ਇੱਕ ਬਹੁਤ ਵੱਡਾ ਸਵਾਲ ਰਹੇਗਾ। ਜੇ ਤੁਹਾਡੇ ਤੱਕ ਸ਼ੇਅਰ ਹੋਇਆ
ਤਾਂ ਫਿਰ ਅਗਲੀ ਜ਼ਿੰਮੇਵਾਰੀ ਤੁਹਾਡੀ ਸੀ। ਅਦਰਵਾਈਜ਼ ਤਾਂ ਤੁਸੀਂ ਆਪਣੀ ਇੰਟੈਲੀਜੈਂਸੀ ਨੂੰ ਫਿਰ ਘੋਖ ਕੇ ਦੇਖ ਲਓ, ਇੰਟੈਲੀਜੈਂਸੀ ਨੂੰ ਫਿਰ ਘੋਖ ਕੇ ਦੇਖ ਲਓ। ਮੈਂ ਤੁਹਾਨੂੰ ਫਿਰ ਵਾਰ-ਵਾਰ ਕਹਿ ਰਿਹਾ ਕਿ ਫਿਰ ਇੱਥੇ ਤੁਹਾਡਾ ਫੇਲੀਅਰ ਹੈ। ਮਤਲਬ ਕਿ ਕਿਉਂਕਿ ਫੇਲੀਅਰ ਇੰਟੈਲੀਜੈਂਸੀ ਦਾ ਮਤਲਬ ਕਿ ਫੇਲੀਅਰ ਸਰਕਾਰ ਦਾ ਹੋ ਗਿਆ, ਤਾਂ ਲੋਕ ਤੁਹਾਨੂੰ ਹੀ ਇਹ ਸਾਰਾ ਕੁਛ ਜਿਹੜਾ ਉਹ ਸਾਰਾ ਕੁਛ ਮਤਲਬ ਕਿ ਮੜਨਗੇ ਕਿ ਤੁਸੀਂ ਜ਼ਿੰਮੇਵਾਰ ਹੋ। ਸੈਕੰਡ ਚੀਜ਼ ਹੈ ਕਿ ਜਿਸ ਇੰਟੈਲੀਜੈਂਸੀ ਨੂੰ ਆਪਣੇ ਹੈੱਡਕੁਆਟਰ ਦਾ ਹੀ ਨਹੀਂ ਪਤਾ ਕਿ ਉਹਦੇ 'ਤੇ ਹਮਲਾ ਹੋ ਸਕਦਾ ਹੈ, ਫਿਰ ਉਸ ਇੰਟੈਲੀਜੈਂਸ ਦੀ ਰਿਪੋਰਟ 'ਤੇ ਕਿਸੇ ਦੀ ਸਿਕਿਉਰਿਟੀ 'ਚ ਕਟੌਤੀ ਕਰਨੀ ਜਾਂ ਸਿਕਿਉਰਿਟੀ ਪ੍ਰੋਵਾਈਡ ਕਰਨੀ, ਦੋਵਾਂ ਚੀਜ਼ਾਂ 'ਚ ਹੀ ਕਿਤੇ ਨਾ ਕਿਤੇ ਸਵਾਲ ਉੱਠੇਗਾ ਕਿ ਜਿਹੜਾ ਰਿਵਿਊ ਹੁੰਦਾ ਸਿਕਿਉਰਿਟੀ ਦਾ ਇੱਕ ਪ੍ਰੋਸੀਜਰ ਹੈ, ਸਾਰੇ ਆਪਾਂ ਜਾਣਦੇ ਹਾਂ ਕਿ ਜਿਸ ਇੰਟੈਲੀਜੈਂਸੀ ਨੇ ਉਹ ਰਿਪੋਰਟ ਤਿਆਰ ਕਰਨੀ ਹੁੰਦੀ ਹੈ, ਜਿਸ ਨੂੰ ਆਪਣੇ ਟੈਕ ਦਾ ਹੀ ਨਹੀਂ ਪਤਾ, ਉਹ ਕਿਸੇ ਸੈਲੀਬ੍ਰਿਟੀ ਜਾਂ ਆਮ ਸਧਾਰਨ ਵਸ਼ਿੰਦੇ ਬਾਰੇ ਇਸ ਤਰ੍ਹਾਂ ਦੀ ਪੈਸ਼ੀਨ ਗੋਈ ਕਿਵੇਂ ਕਰ ਸਕਦੀ ਹੈ। ਬਹੁਤ ਵੱਡਾ ਸਵਾਲ ਫਿਰ ਇੰਟੈਲੀਜੈਂਸੀ 'ਤੇ ਹੈ। ਮੈਂ ਵਾਰ-ਵਾਰ ਕਹਿ ਰਿਹਾ ਕਿ ਇਹ ਫਿਰ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਜਿਸ ਇੰਟੈਲੀਜੈਂਸੀ ਦੀ ਰਿਪੋਰਟ 'ਤੇ ਤੁਸੀਂ ਸਿਕਿਉਰਿਟੀ ਨੂੰ ਵਧਾ ਰਹੇ ਹੋ ਜਾਂ ਘਟਾ ਰਹੇ ਹੋ, ਉਹ ਇੰਟੈਲੀਜੈਂਸੀ ਤੇ ਇੰਨੀ ਨਿਕੰਮੀ ਸਾਬਤ ਹੋ ਰਹੀ ਹੈ ਕਿ ਉਹਨੂੰ ਤੇ ਆਪਣੇ ਅਟੈਕ ਦਾ ਹੀ ਨਹੀਂ ਪਤਾ ਲੱਗ ਰਿਹਾ। ਇਹ ਇੱਕ ਬਹੁਤ ਵੱਡਾ ਸਵਾਲ ਹੈ। ਹੋਰ ਇੱਕ ਅੱਗੇ ਜਾਓ ਤੁਸੀਂ, ਤਾਂ ਮੈਂ ਰਾਤੀ ਇੱਕ ਚੈਨਲ 'ਤੇ ਡਿਬੇਟ ਦੇ ਵਿੱਚ ਸਾਂ, ਅਤੇ ਉੱਥੇ ਜਿਹੜੇ ਤਰਜਮਾਨ ਸਨ ਆਮ ਆਦਮੀ ਪਾਰਟੀ ਦੇ, ਤਾਂ ਉਹਨਾਂ ਨੇ ਵਿੱਕੀ ਮਿੱਡੂ ਖੇੜਾ ਕਤਲਕਾਂਡ ਨੂੰ ਜੋੜਿਆ ਇਸ ਦੇ ਨਾਲ। ਅਤੇ ਮੈਂ ਆਖਿਆ ਸਾਹਿਬ ਮੈਨੂੰ ਇੱਕ ਗੱਲ ਦੱਸ ਦਿਓ, ਫਿਰ ਜੇ ਵਿੱਕੀ ਮਿੱਡੂ ਖੇੜਾ ਵਾਲੇ ਕਤਲਕਾਂਡ ਨੂੰ ਤੁਸੀਂ ਜੋੜ ਰਹੇ ਹੋ, ਮੰਨ ਕੇ ਚੱਲ ਰਹੇ ਹੋ ਕਿ ਪੋਸਟਾਂ ਵਗੈਰਾ ਪਾਈਆਂ, ਉਹ ਕਹਿੰਦੇ ਜੀ ਇਹਦਾ ਆਧਾਰ ਹੈ ਕਿ ਪੋਸਟਾਂ ਪਾ ਕੇ ਫਲਾਣੇ ਗਰੁੱਪ ਨੇ ਜ਼ਿੰਮੇਵਾਰੀ ਲੈ ਲਈ, ਅਤੇ ਮੈਂ ਆਖਿਆ ਜੀ ਫਿਰ ਤੁਸੀਂ ਇੱਕ ਗੱਲ ਦੱਸ ਦਿਓ, ਤੁਸੀਂ ਆਪਣੇ ਵਿਵੇਕ ਬੁੱਧ ਦੇ ਨਾਲ ਇੱਕ ਗੱਲ ਦੱਸ ਦਿਓ ਕਿ ਯਾਰ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਵਿੱਕੀ ਕਤਲਕਾਂਡ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਵਾ, ਤਾਂ ਜਿਹੜਾ ਬੰਦੇ ਦਾ ਮੈਨੇਜਰ ਤੁਹਾਡੇ ਕੇਸ ਦੇ ਵਿੱਚ ਨਾਮਜ਼ਦ ਹੋ ਗਿਆ 302 ਦੇ ਵਿੱਚ, ਸਿੱਧੂ ਮੂਸੇਵਾਲੇ ਦਾ ਮੈਨੇਜਰ, ਜਿਹੜਾ ਮੁੰਡਾ ਆਸਟ੍ਰੇਲੀਆ ਭੱਜ ਗਿਆ, ਤਾਂ ਉਹਨੂੰ ਭੱਜਣ ਕਿਉਂ ਦਿੱਤਾ? ਸੈਕੰਡ ਚੀਜ਼ ਇਹ ਆ ਕਿ ਫਿਰ ਉਦੋਂ ਹੀ ਤੁਸੀਂ ਇਨਵੈਸਟੀਗੇਟ ਕਿਉਂ ਨਹੀਂ ਕੀਤਾ ਮਾਮਲੇ ਨੂੰ ਕਿ ਕੀ ਸਿੱਧੂ ਮੂਸੇਵਾਲੇ ਦਾ ਕੋਈ ਵਿੱਚ ਇਨਵੋਲਵਮੈਂਟ ਤਾਂ ਨਹੀਂ? ਔਰ ਜੇ ਤੁਹਾਨੂੰ ਲੱਗਦਾ ਕਿ ਨਹੀਂ ਇਨਵੋਲਵਮੈਂਟ, ਫਿਰ ਉੱਥੇ ਸਿਕਿਉਰਿਟੀ ਘਟਾਉਣੀ ਸੀ ਕਿਉਂਕਿ ਤੁਸੀਂ ਆਪ ਹੀ ਤੇ ਉਹਨੂੰ ਨਾਮਜ਼ਦ ਕਰ ਰਹੇ ਹੋ ਨਾ, ਤੁਸੀਂ ਆਪ ਹੀ ਤਾਂ ਮੈਨੇਜਰ ਨੂੰ ਨਾਮਜ਼ਦ ਕਰ ਰਹੇ ਹੋ। ਸੋ ਇਹ ਬੜੇ ਬੁਨਿਆਦੀ ਸਵਾਲ ਨੇ ਕਿ ਇੱਕ ਬੰਦੇ ਦੇ ਮੈਨੇਜਰ ਨੂੰ ਨਾਮਜ਼ਦ ਕਰ ਰਹੇ ਹੋ, ਵਿੱਕੀ ਮਿੱਡੂ ਖੇੜਾ ਨੂੰ ਜੋੜ ਰਹੇ ਹੋ ਕਿ ਉਹ ਕੱਲ੍ਹ ਹੀ ਸੀ, ਇਹਨਾਂ ਦਾ ਇਸ ਤਰ੍ਹਾਂ ਕੰਮ ਚੱਲ ਰਿਹਾ ਸੀਗਾ ਵਗੈਰਾ ਵਗੈਰਾ। ਕਿਉਂਕਿ ਤਰਜਮਾਨ ਜਿਹੜੇ ਹੁੰਦੇ ਨੇ ਆ ਕੇ ਡਿਬੇਟਾਂ 'ਚ ਆਪਣਾ ਪੱਖ ਰੱਖਦੇ ਨੇ, ਉਹ ਸਰਕਾਰ ਦਾ ਪੱਖ ਹੁੰਦਾ ਹੈ। ਮੈਂ ਸਰਕਾਰ ਦੇ ਪੱਖ 'ਤੇ ਗੱਲ ਕਰ ਰਿਹਾ ਮਤਲਬ ਕਿ ਕੁਛ ਇਸ਼ਾਰਾ ਹੋ ਰਿਹਾ, ਕਿਉਂਕਿ ਜੇ ਤੁਸੀਂ ਪੋਸਟਾਂ ਨੂੰ ਆਧਾਰ ਮੰਨਦੇ ਹੋ ਤਾਂ ਇੱਕ ਪੋਸਟ ਦੇ ਵਿੱਚ ਜਾਂ ਇੱਕ ਸ਼ਾਇਦ ਮੇਰੇ ਖਿਆਲ ਦੇ ਨਾਲ ਫੋਨ ਕਾਲ ਹੋਇਆ ਇੱਕ ਚੈਨਲ ਨੂੰ, ਤਾਂ ਉਹਦੇ ਵਿੱਚ ਤਾਂ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਦਿੱਲੀ ਪੁਲਿਸ ਨੇ ਤੁਹਾਨੂੰ ਇਹ ਦੱਸ ਦਿੱਤਾ ਸੀਗਾ ਕਿ ਸਿੰਗਰ ਦੀ ਸਿੱਧੀ ਸ਼ਮੂਲੀਅਤ ਹੈ ਵਿੱਕੀ ਮਿੱਡੂ ਖੇੜਾ ਵਾਲੇ ਹੱਤਿਆਕਾਂਡ 'ਚ। ਤਾਂ ਫਿਰ ਤੁਸੀਂ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਉਹ ਉਹਨਾਂ ਨੂੰ ਸ਼ਾਮਲ ਕਰਕੇ ਦੂਜੀ ਧਿਰ ਨੂੰ ਜਿਨ੍ਹਾਂ ਦਾ ਮੁੰਡਾ ਮਰਿਆ ਕਿ ਨਿਆਂ ਕਿਉਂ ਨਹੀਂ ਦਿੱਤਾ? ਇਹ ਇੱਕ ਅਨਦਰ ਸਵਾਲ ਹੈ। ਸੋ ਇਸ ਕਰਕੇ ਮੈਂ ਇਹ ਗੱਲ ਜ਼ਰੂਰ ਕਹਾਂਗਾ CM ਨੂੰ ਕਿ ਬਾਈ ਪਲੀਜ਼ ਤੁਸੀਂ ਉੱਥੋਂ ਥੋੜ੍ਹਾ ਜਿਹਾ ਬਾਹਰ ਝਾਕੋ, ਮਤਲਬ ਕਿ ਕੁਛ ਸਿਗਨਲ ਦੀ ਪ੍ਰੋਬਲਮ ਆ ਗਈ ਹੈ, ਪਲੀਜ਼ ਦੱਸ ਦੇਣਾ, ਨਹੀਂ ਤਾਂ ਮੈਂ ਰੋਕ ਦੇਵਾਂਗਾ, ਫਿਰ ਕਿਸੇ ਟਾਈਮ ਹੋ ਜਾਵਾਂਗਾ ਲਾਈਵ। ਪਲੀਜ਼ ਦੱਸ ਦੇਣਾ ਕਿਉਂਕਿ ਸਾਡੇ ਇੱਥੇ ਥੋੜ੍ਹੀ ਪ੍ਰੋਬਲਮ ਆ ਜਾਂਦੀ ਹੈ ਕਈ ਵਾਰ, ਘਰ ਦੇ ਵਿੱਚ ਸ਼ਹਿਰ ਹੋਈਏ ਤਾਂ ਫਿਰ ਠੀਕ ਰਹਿੰਦਾ। ਮਾੜਾ ਜਿਹਾ ਕੋਈ ਤੁਸੀਂ ਦੱਸ ਦਿਓ ਜੇ ਤੁਹਾਨੂੰ ਲੱਗਦਾ ਹੈ, ਤਾਂ ਫਿਰ ਆਪਾਂ ਅੱਗੇ ਕਰ ਲਾਂਗੇ ਕੰਟੀਨਿਊ, ਨਹੀਂ ਤਾਂ ਛੱਡ ਦੇਵਾਂਗੇ, ਕੋਈ ਚੱਕਰ ਨਹੀਂ ਹੈਗਾ। ਤਾਂ ਮੈਂ ਤਾਂ ਸਿਰਫ ਹਾਂਜੀ, ਜੇ ਰੁਕ ਰਹੀ ਹੈ ਵੀਡੀਓ ਤਾਂ ਇੱਕ ਮਿੰਟ ਜੀ, ਮੈਂ ਨੈਟਵਰਕ ਚੇਂਜ ਕਰਕੇ ਦੇਖਦਾ। ਜੇ ਅੱਛਾ ਹਾਂ ਠੀਕ, ਤਾਂ ਮੈਂ ਕਿਹਾ ਸੀਗਾ ਕਿ ਮਾਨ ਸਾਹਿਬ ਕਿ ਬਾਈ ਇੱਕ ਸੁਨੇਹਾ ਹੈ ਤੁਹਾਡੇ ਵਾਸਤੇ। ਇੱਕ ਤਾਂ ਇਹ ਆ ਕਿ ਇੰਟੈਲੀਜੈਂਸੀ ਨੂੰ ਆਪਣੀ ਨੂੰ ਦਰੁਸਤ ਕਰੋ, ਅਪੀਲ ਅਸੀਂ ਕਰਦੇ ਹਾਂ। ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ, ਤੁਸੀਂ ਵੀ ਆਰਟਿਸਟ ਰਹੇ ਹੋ, ਸੰਦੀਪ ਨੰਗਲ ਅੰਬੀਆਂ ਦੇ ਹੱਤਿਆਕਾਂਡ ਤੋਂ ਪਹਿਲਾਂ
2 ਸਾਲ ਪਹਿਲਾਂ, ਤਕਰੀਬਨ 2.25 ਸਾਲ ਪਹਿਲਾਂ DGP ਕੋਲ ਕੰਪਲੇਂਟ ਗਈ ਸੀਗੀ। DGP ਕੋਲ ਕੰਪਲੇਂਟ ਗਈ ਸੀਗੀ, ਜਿਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਕਿਹਾ ਸੀਗਾ, ਸ਼ਾਇਦ ਕੋਈ ਫੈਡਰੇਸ਼ਨ ਵਾਲੇ ਹੀ ਸਨ, ਕਿ ਬਈ ਐਸਾ ਮਾਜਰਾ ਚੱਲ ਰਿਹਾ, ਐਸਾ ਮਾਮਲਾ ਚੱਲ ਰਿਹਾ, ਤਾਂ ਕਿਰਪਾ ਕਰਕੇ ਬਈ ਇਸ ਮਾਮਲੇ 'ਚ ਦਖਲ ਦਿਓ, ਕਿਉਂਕਿ ਕੁਝ ਲੋਕ ਯਾਨੀ ਜਿਹੜੇ ਕਿ ਕਹਿ ਲਓ ਗੈਂਗਾਂ ਨਾਲ ਜੁੜੇ ਆ ਜਾਂ ਜੋ ਵੀ ਹੈ, ਤਾਂ ਉਹ ਕਬੱਡੀ ਦੇ ਵਿੱਚ ਦਖਲ ਦੇ ਰਹੇ ਆ। ਤਾਂ ਇੱਥੇ ਉਸ ਸਮੇਂ ਦੀ ਸਰਕਾਰ ਨੇ ਬਹੁਤ ਵੱਡੀ ਬੇਵਕੂਫੀ ਕੀਤੀ, ਨਜ਼ਰਅੰਦਾਜ਼ ਕਰਕੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਫੇਲੀਅਰ ਸੀ ਉਹਨਾਂ ਦੀ। ਜੇ ਉਦੋਂ ਹੀ ਸਾਰੀ ਚੀਜ਼ ਨੂੰ ਘੋਖਿਆ ਪਰਖਿਆ ਜਾਂਦਾ, ਕਿਉਂਕਿ ਇੱਦਾਂ ਹੁੰਦਾ ਕਿ ਕੁਝ ਜਾਂਚ ਪੜਤਾਲ ਜਿਹੜੀ ਹੈ ਤੁਹਾਨੂੰ ਖੁਫੀਆ ਢੰਗ ਨਾਲ ਕਰਨੀ ਪੈਂਦੀ ਹੈ, ਖੁਫੀਆ ਰਿਪੋਰਟ ਆਉਂਦੀ ਹੈ। ਜਿਵੇਂ ਤੁਹਾਨੂੰ ਯਾਦ ਹੋਏਗਾ ਗੁੰਡਾ ਟੈਕਸ ਦਾ, ਬਠਿੰਡਾ ਗੁੰਡਾ ਟੈਕਸ ਦਾ ਚੱਲਿਆ ਸੀ, ਰਿਫਾਈਨਰੀ ਦਾ ਮਸਲਾ, ਤਾਂ ਉਹਦੇ 'ਚ ਕੀ ਹੋਇਆ ਸੀਗਾ ਕਿ ਇੱਕ ਇਹਨਾਂ ਨੇ ਖੁਫੀਆ ਰਿਪੋਰਟ ਤਿਆਰ ਕੀਤੀ ਸੀਗੀ। ਹਾਲਾਂਕਿ ਕੈਪਟਨ ਨੇ ਕਿਸ ਤਰ੍ਹਾਂ ਉਹਦੇ 'ਤੇ ਅਮਲ ਕੀਤਾ ਆਪਾਂ ਨੂੰ ਸਭ ਨੂੰ ਪਤਾ ਹੈ, ਕਿ ਇਹਨਾਂ ਨੇ ਇੱਕ ਖੁਫੀਆ ਰਿਪੋਰਟ ਤਿਆਰ ਕਰਵਾਈ ਸੀ ਕਿ ਚੱਲ ਕੀ ਰਿਹਾ ਹੈ। ਤਾਂ ਤੁਹਾਨੂੰ ਉਦੋਂ ਹੀ ਚਾਹੀਦਾ ਸੀ ਕਿ ਕਬੱਡੀ ਦੇ ਵਿੱਚ ਕੀ ਚੱਲ ਰਿਹਾ ਹੈ, ਉਦੋਂ ਹੀ ਤੁਹਾਨੂੰ ਨਹੀਂ ਮੈਂ ਕਹਿ ਰਿਹਾ, ਤੁਹਾਨੂੰ ਤਾਂ ਮਤਲਬ ਇਹ ਹੈ ਕਿ ਹਾਕਮ ਜਿਹੜਾ ਉਸ ਸਮੇਂ ਦਾ ਹਾਕਮ ਸੀ, ਕਿ ਕਬੱਡੀ 'ਚ ਕੀ ਚੱਲ ਰਿਹਾ ਹੈ। ਜੇ ਉਸ ਟਾਈਮ ਕਬੱਡੀ 'ਚ ਲਿੰਕ ਲੱਭ ਲੈ ਜਾਂਦੇ, ਕੌਣ ਪਲੇਅਰ ਕਿਹਦੇ ਨਾਲ ਆ, ਐਸੋਸੀਏਟ ਆ, ਕਿਹੜਾ ਬੰਦਾ ਕਿਸ ਤਰ੍ਹਾਂ ਉੱਥੇ ਦਖਲ ਵਧਾ ਰਿਹਾ, ਤਾਂ ਮੇਰੇ ਖਿਆਲ ਦੇ ਨਾਲ ਕਬੱਡੀ ਦਾ ਇੱਕ ਮਹਾਨ ਖਿਡਾਰੀ ਸ਼ਾਇਦ ਉਹਦੇ 'ਤੇ ਕੋਈ ਕਾਰਵਾਈ ਹੁੰਦੀ ਜਾਂ ਕੁਝ ਵੀ ਕਰਦਾ, ਬਟ ਇਹ ਨਹੀਂ ਸੀਗਾ ਕਿ ਉਹ ਇਸ ਸੰਸਾਰ 'ਚੋਂ ਚਲੇ ਜਾਂਦਾ। ਜੇ ਕੋਈ ਗਲਤ ਸੀਗਾ, ਜਿਵੇਂ ਦੋਸ਼ ਲੱਗੇ, ਸੰਦੀਪ 'ਤੇ ਵੀ ਦੋਸ਼ ਲੱਗੇ ਜਾਂ ਹੋਰ ਦੋਸ਼ ਲੱਗਦੇ ਆ, ਤਾਂ ਕਹਿਣ ਦਾ ਮਤਲਬ ਇਹ ਆ ਕਿ ਫਿਰ ਉਹ ਇੱਥੋਂ ਤੱਕ ਨਾ ਕਹਾਣੀ ਪਹੁੰਚਦੀ। ਤਾਂ ਇਸੇ ਤਰ੍ਹਾਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਪਰਮੇਸ਼ ਵਰਮਾ ਦੇ ਅਟੈਕ ਤੋਂ ਬਾਅਦ ਇਹ ਸਾਰਾ ਕੁਛ ਹੈ ਜਿਹੜਾ ਉਹ ਚੱਲ ਪਿਆ ਸੀਗਾ, ਪਰ ਕਿਸੇ ਨੇ ਗੱਲ ਨਹੀਂ ਗੌਲੀ ਤੇ ਇੱਥੋਂ ਤੱਕ ਪਹੁੰਚ ਗਈ। ਹੁਣ ਇੱਕ ਹੋਰ ਖਬਰ ਦਾ ਮੈਂ ਜ਼ਿਕਰ ਕਰ ਦਿੰਦਾ, ਕਿਉਂਕਿ ਮੈਂ ਔਨ ਰਿਕਾਰਡ ਹੀ ਚੀਜ਼ਾਂ ਕਹਿਣਾ ਹੁੰਦਾ, ਆਫ ਦਾ ਰਿਕਾਰਡ ਕਹਿਣ ਦੇ ਵਿੱਚ ਆਪਾਂ ਨੂੰ ਕਈ ਵਾਰ ਇਹ ਹੁੰਦਾ ਕਿ ਤੁਸੀਂ ਜਵਾਬਦੇਹ ਹੁੰਦੇ ਹੋ, ਤਾਂ ਉਹ ਠੀਕ ਨਹੀਂ ਰਹਿੰਦਾ ਕਿ ਤੁਹਾਡੇ ਕੋਲ ਤੱਥ ਨਾ ਹੋਣ। ਬੀਤੇ ਦਿਨੀ ਇੱਕ ਅਖਬਾਰ ਨੇ, ਇੱਕ ਨਹੀਂ 2-3 ਅਖਬਾਰਾਂ ਨੇ ਇਸ ਖਬਰ ਨੂੰ ਸ਼ਾਇਆ ਕੀਤਾ ਕਿ ਪਿਛਲੇ 2 ਮਹੀਨਿਆਂ ਦੇ ਦੌਰਾਨ ਹੀ 6 ਸਿੰਗਰਾਂ ਨੇ 10-10 ਲੱਖ ਰੁਪਈਆ ਐਕਸਟੋਰਸ਼ਨ ਮਨੀ ਦਿੱਤੀ ਹੈ। ਐਕਸਟੋਰਸ਼ਨ ਮਨੀ ਤੁਸੀਂ ਸਮਝ ਗਏ, ਜਿਹਨੂੰ ਗੁੰਡਾ ਭਾਸ਼ਾ ਦੇ ਵਿੱਚ ਪ੍ਰੋਟੈਕਸ਼ਨ ਮਨੀ ਕਿਹਾ ਜਾਂਦਾ ਹੈ, ਮਤਲਬ ਕਿ ਰੰਗਦਾਰੀ ਕਹਿ ਲਓ ਜਾਂ ਬੁਰਾਈ ਵਗੈਰਾ ਕਹਿ ਲਓ। ਤਾਂ ਗੱਲ ਇਹ ਹੈ ਕਿ ਜਦ ਤੁਸੀਂ ਇਹ ਜੀ ਚੀਜ਼ ਦੇਖਦੇ ਹੋ, ਫਿਰ ਤੁਹਾਡਾ ਖੰਡਨ ਨਹੀਂ ਆਇਆ। ਮੈਂ ਜਿਵੇਂ ਕਹਿ ਰਿਹਾ ਕਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ 'ਤੇ ਤੁਹਾਡਾ ਕੋਈ ਖੰਡਨ ਨਹੀਂ ਆਉਂਦਾ, ਇਸ ਰਿਪੋਰਟ 'ਤੇ ਵੀ ਤੁਹਾਡਾ ਕੋਈ ਖੰਡਨ ਵੰਡਨ ਨਹੀਂ ਆਉਂਦਾ, ਕਿਉਂਕਿ ਤੁਹਾਡੀ ਰੋਜ਼ PC ਹੁੰਦੀ ਆ, ਤੁਹਾਡੇ ਤਰਜਮਾਨ PC ਕਰਦੇ ਆ, ਉਹਦੇ 'ਚ ਸਰਕਾਰ ਦੀਆਂ ਪ੍ਰਾਪਤੀਆਂ ਜਾਂ ਜੋ ਚਲੰਤ ਹਾਲਾਤ ਹੁੰਦੇ ਆ ਉਹਨੂੰ ਆ ਕੇ ਸਪਸ਼ਟਤਾ ਦਿੰਦੇ ਨੇ, ਬਟ ਉਹਨਾਂ ਨੇ ਕਿਤੇ ਵੀ ਆ ਕੇ ਖੰਡਨ ਨਹੀਂ ਕੀਤਾ ਇਹਨਾਂ ਚੀਜ਼ਾਂ ਦਾ। ਮਤਲਬ ਇਹ ਆ ਕਿ 6 ਕਲਾਕਾਰਾਂ ਨੇ 2 ਮਹੀਨਿਆਂ ਦੇ ਵਿੱਚ ਜੇ 10-10 ਲੱਖ ਰੁਪਈਆ ਦਿੱਤਾ ਹੈ, ਤਾਂ 60 ਲੱਖ ਰੁਪਈਆ ਐਕਸਟੋਰਸ਼ਨ ਮਨੀ 2 ਮਹੀਨਿਆਂ 'ਚ ਗਈ। ਤੁਹਾਡੀ IB ਦੀ ਰਿਪੋਰਟ ਕਹਿੰਦੀ ਹੈ, ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਕਹਿੰਦੀ ਆ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜੇ ਤੁਸੀਂ ਖੁਫੀਆ ਢੰਗ ਨਾਲ ਵਧੀਆ ਤਰੀਕੇ ਨਾਲ ਇੱਕ ਹੋਰ ਇਨਵੈਸਟੀਗੇਸ਼ਨ ਅੰਦਰ ਖਾਤੇ ਖੁਲਵਾਓ ਕਿ ਬਈ ਕਲਾਕਾਰਾਂ ਦੇ ਵਿੱਚ ਕੀ ਚੱਲ ਰਿਹਾ, ਕਿਉਂਕਿ ਹੁਣ ਕਲਾਕਾਰਾਂ ਦਾ ਰੋਲ ਆ ਰਿਹਾ। ਹੁਣ ਤੁਹਾਨੂੰ ਪਤਾ ਨਾ ਕਿ ਮਨਕੀਰਤ ਔਲਖ ਸੁਰਖੀਆਂ 'ਚ ਆ ਗਿਆ, ਮਨਕੀਰਤ ਔਲਖ ਆਲਵੇਜ਼ ਸੁਰਖੀਆਂ 'ਚ ਰਹਿੰਦਾ। ਬਹੁਤ ਸਾਰੇ ਉਹਦੇ ਅੱਗੇ ਵੀ ਰੌਲੇ ਰੱਫੜ ਪਏ ਨੇ, ਮੈਂ ਉੱਧਰ ਜਾਊਂਗਾ ਨਹੀਂ। ਜ਼ਮੀਨ ਦਾ ਰੱਫੜ, ਆੜ੍ਹਤੀਏ ਨਾਲ ਰੱਫੜ, ਕੈਟਰਿੰਗ ਸਰਵਿਸ ਵਾਲਿਆਂ ਨਾਲ ਰੱਫੜ, ਬਥੇਰੇ ਰੱਫੜ ਪੈ ਚੁੱਕੇ ਨੇ। ਬਟ ਕਹਿਣ ਦਾ ਮਤਲਬ ਇਹ ਆ, ਮੈਂ ਨਹੀਂ ਕਿਸੇ ਨੂੰ ਕਹਿੰਦਾ ਕਿ ਉਹ ਦੋਸ਼ੀ ਆ, ਫਲਾਣਾ ਹੈ, ਉਹਨੂੰ ਟੰਗ ਦਿਓ, ਇਹਨੂੰ ਕਰ ਦਿਓ। ਮੇਰੇ ਕਹਿਣ ਦਾ ਮਤਲਬ ਸਰ ਇਹ ਆ ਕਿ ਬਈ ਤੁਸੀਂ ਹਾਲੇ ਵੀ ਇਸ ਇੰਡਸਟਰੀ ਨੂੰ ਬਚਾ ਸਕਦੇ ਹੋ। ਤੁਸੀਂ ਆਰਟਿਸਟ ਰਹੇ ਹੋ ਕਿ ਬਈ ਇੱਕ ਖੁਫੀਆ ਪੜਤਾਲ ਕਰਵਾ ਕੇ ਦੇਖ ਲਓ ਕਿ ਕਿਹੜਾ ਕਲਾਕਾਰ ਕਿਹਦੇ ਨਾਲ ਰਲਿਆ ਫਿਰਦਾ ਹੈ, ਕੌਣ ਉਧਾਰੀਆਂ ਉੱਥੋਂ ਲੈ ਰਿਹਾ, ਉਗਰਾਹੀਆਂ ਲੈ ਰਿਹਾ, ਕੌਣ ਰੰਗਦਾਰੀ ਲੈ ਰਿਹਾ, ਕੌਣ ਵਿੱਚ ਦਲਾਲੀ ਕਰ ਰਿਹਾ, ਤਾਂ ਇੰਡਸਟਰੀ ਤੁਹਾਡੀ ਬਚ ਜਾਏਗੀ। ਤੁਹਾਡੀ ਫਿਲਮ ਇੰਡਸਟਰੀ ਮਾਨ ਸਾਹਿਬ ਅੱਜ ਦੇ ਦੌਰ ਦੇ ਵਿੱਚ 500 ਕਰੋੜ ਦੀ ਹੈ। ਤੁਹਾਡੀ ਮਿਊਜ਼ਿਕ ਇੰਡਸਟਰੀ ਸ਼ਾਇਦ ਇਸ ਤੋਂ ਵੀ ਵੱਡੀ ਹੋਏਗੀ। ਕਲਾਕਾਰਾਂ ਦੇ ਨਾਮ ਗੁਰਪਿਆਰ ਜੀ ਉਹਨਾਂ ਨੇ ਨਹੀਂ ਦਿੱਤੇ, ਇੱਥੋਂ ਤੱਕ ਕਿ IB ਦੀ ਰਿਪੋਰਟ 'ਚ ਵੀ ਕਹਿੰਦੇ ਆ ਕਿ ਕਲਾਕਾਰਾਂ ਦੇ ਨਾਮ ਦਾ ਜ਼ਿਕਰ ਨਹੀਂ ਹੈ। ਜੋ ਮੈਂ ਖਬਰਾਂ ਪੜ੍ਹੀਆਂ ਸੀਗੀਆਂ ਕਿ ਕਿਉਂਕਿ ਮੈਂ ਕੋਈ ਫੈਕਟ ਤੋਂ ਬਗੈਰ ਗੱਲ ਨਹੀਂ ਕਰਦਾ, ਮੈਂ ਗੁਰੇਜ਼ ਕਰਦਾ ਹੁੰਦਾ ਕਿ ਜੋ ਗੱਲ ਜਿੰਨੀ ਔਨ ਰਿਕਾਰਡ ਹੁੰਦੀ ਹੈ ਉਹੀ ਗੱਲ ਆਪਾਂ ਕਹੀਏ, ਨਹੀਂ ਤਾਂ ਫਿਰ ਫਰਕ ਕੀ ਰਹਿ ਜਾਏਗਾ ਨਾ।
अजकल तो आपां नूं भी केजी मीडिया कहा जाता है। सो इस करके इन्हां गल्लां तो गुरेज करीदा। जो ऑन रिकॉर्ड चीज़ां ने मैं उही कहांगा। तो मेरे कहने का मतलब ये है कि हाले भी जांच पड़ताल करा लो। ये इंडस्ट्रियां इस तरह दी इंडस्ट्रियां ने जिहड़ियां रोज़गार भी दे रही ने, जिहड़ियां तुहानूं पैसा भी दे रही ने। किते इह ना होवे कि बेड़ा कर किधरों भी करके बह जाइए, क्योंकि इंडस्ट्री इस वेले सदमे च इन्नी ज़्यादा डरी हुई है कि इन्हां च इन्नी हिम्मत नहीं पै रही कलाकारां च कि खुले रूप दे विच तुहाडे तो मंग ही रख सकन, तुहाडे तो ये डिमांड ही कर सकन कि न्याय दिओ, साडी इंडस्ट्री नूं अपराध मुक्त करो। इन्हां च इन्नी हिम्मत नहीं पै रही आर्टिस्टां दे विच, क्योंकि मैं रह के आया इन्हां दे विच, काफ़ी लंबा समा बीत गया हुण तां। मतलब ये है कि इन्ना समा बिताउण दा जिहड़ा मैं निचोड़ कड्ढिया कि इत्थे सारे आपो अपने जिंदगी नूं जां आपो अपने कैरीयर नूं जां आपो अपने पैसे नूं बचाउण या कमाउण च लगे रहिंदे ने। किसे नाल किसे नूं कुछ नहीं है, फोकी हमदर्दी, कोई दो चार एक सज्जणताई वाले बंदे हुंदे ने, अदरवाइज नहीं कोई किसे दा। तो एक प्रैस कॉन्फ्रेंस भी नहीं कर सके वो प्रैस कॉन्फ्रेंस भी नहीं कर सके आर्टिस्ट, क्योंकि दुनिया भर दे विच चर्चा हो रही है, इंटरनेशनल मीडिया कवर कर रहा है, पर साडे आर्टिस्ट जुड़ के यही नहीं कह रहे कि साडी इंडस्ट्री नूं अपराध मुक्त कर दिओ। ठीक है ना। सो ये हालात ने कि इंडस्ट्री डरी पई है, सदमे दे विच किते शिफ्ट हो जाती है जां कुछ भी होएगा तो उहदे च लॉस ही लॉस है। दसो इहदे च असीं गुनाहगार हैं, असीं की कह रहे हैं माड़ा? ਜਿਹੜੇ आम आदमी पार्टी के समर्थक भड़क पैंदे साडे भरा कि असीं माड़ा कह रहे हैं यार, ये तुहाडा भी पंजाब है, वो पैसा तुहाडे ते ही लगना है, वो पैसा अपने बच्चों नूं ही रोज़गार दे रहे हैं यार। असीं की माड़ा करदे? मेरा भी जी करदा खा के आलू वाले परौंठे, छुट्टी सीगी मैं बैठ जावां। मैं तुहानूं वो गल्लां दस रहा जिहड़ियां शायद तुहानूं अज तो 10 दिन बाद पता लगणगियां, जां शायद हो सकदा पता ही ना लगण। तां की कसूर है मेरा? मैं तो खुद मतलब कि सेफ खेड सकदा, पर मैं फिर भी तुहानूं खोल के दसदा कि अंदर दीयां गल्लां की हुंदियां ने यार। सो इस करके सियाणे बणो। तो CM साहब नूं मैं एक बेनती होर करूँगा कि बई तुसीं मोदी वाली रीस ना करो। आपां मोदी नहीं बनना, इस देश का सैकेंड मोदी नहीं बनना, एक ही रहन दो, एक ही काफ़ी और से माफ़ी। कि तुसीं एक खुली PC करो। खुली PC दे विच जो चलो ऊणताइयां रह जांदियां ने, प्रशासन चलाउणे बहुत औखे ने, नवीं सरकार कई बार कुछ खेतरां दे विच कुछ मामलिਆਂ ਦੇ ਵਿੱਚ ਅੜ ਕੇ ਚੱਲਦੀ ਹੈ, ਤਾਂ ਤੁਸੀਂ ਖੁੱਲੀ ਪ੍ਰੈਸ ਕਾਨਫਰੰਸ ਕਰੋ। ਆਪਣੇ ਲਾਡਲੇ ਚਹੇਤੇ ਆ ਜਿਹੜੇ ਹੈਗੇ ਨਾ ਚੈਨਲਾਂ ਵਾਲੇ, ਜਿਹੜੇ ਇੱਕ ਦਬਕੇ ਤੇ PC ਡਿਲੀਟ ਕਰ ਜਾਂਦੇ ਆ, ਇਹੀ ਤੁਹਾਨੂੰ ਇੱਕ ਦਿਨ ਰਗੜ ਦੇਣਗੇ। ਚੰਨੀ ਹੋਰਾਂ ਨੂੰ ਇਹਨਾਂ ਨੇ ਰਗੜਿਆ ਹੈ, ਇਹ ਤੁਹਾਨੂੰ ਇੱਕ ਦਿਨ ਰਗੜ ਕੇ ਰੱਖ ਦੇਣਗੇ, ਜਿਨ੍ਹਾਂ ਤੇ ਅੱਜ ਤੁਸੀਂ ਦਾਬਾ ਪਾ ਰਹੇ ਹੋ ਜਾਂ ਜਿਨ੍ਹਾਂ ਤੇ ਅੱਜ ਤੁਸੀਂ ਮੋਹ ਮੁਹੱਬਤ ਲੁਟਾ ਰਹੇ ਹੋ। ਇਹਨਾਂ ਨੂੰ ਛੱਡ ਦਿਓ, ਇਹਨਾਂ ਦੀਆਂ ਮਿੱਠੀਆਂ ਗੋਲੀਆਂ ਖਾਣੀਆਂ ਛੱਡ ਦਿਓ। कई बार पतन का शुगर हो जाता है। सो एक खुली PC करो। खुली PC दे विच अपने अपने जिहड़े पत्रकार ने अदारियां दे वो बुलाओ। खुली PC दे विच पंजाब नूं मुखातब होवो। तुसीं ते उत्थों मूसे तो भी चले गए, तुहानूं चाहीदा सीगा। पहली गलती तो यह है कि दिल्ली जाके फिर इत्थे आए हो। सैकेंड चीज़ ये कि चलो तुसी उत्थों जाए, हथ लाउणा जरूरी है, दिल्ली तो कोई गल नहीं है, तो तुसी इत्थे आए हो। पत्रकारां नूं एक गुੱਠ दे विच उत्थे कैद कर दिता गया तो दूसरे पासे दी तुहानूं कढ दिता गया। घट्टो घट्ट सिक्योरिटी वालियां नूं कह दिंदे कि यही पत्रकार ने जिन्हां ने मैनूं बई इत्थों तक पहुँचाया वा। ये उही प्रैस है जिन्हें सब तो ज़्यादा सपोर्ट की आम आदमी पार्टी ने। ठीक है ना जी। अज अज प्रैस तो फिर इन्नी दूरी कातों? सो तुहानूं कुछ गल्लां साफ करनियां चाहीदियां ने। जिथे फेलीयर है खुल दिली दे नाल स्वीकार करो। तुहानूं लोग अज भी बहुत मुहब्बत करते हैं। जिहदे ते उम्मीद ज़्यादा होवे ना मान साहब, उसे बंदे नाल नाराज़गी वधेरे हुंदी है। अमरिंदर दे नाल हुण कोई नाराज़गी नहीं सी रही जदों भाजपा दे नाल गए। लोकी कहंदे हथ जोड़े जा भज्जा जा दफा हो, आ शब्द इस्तेमाल करते सन। दूजिਆਂ नाल कोई हमदर्दी नहीं है किसी नूं। अगला कहंदा मगरों लै, तुहाडे ते उम्मीद है, तुहाडे ते तां ही एतराज़ ने, तुहाडे ते तां ही लोग थोड़े नाराज़ ने। सो इस करके भाई सानू गालां कड्ढण दी थां ते CM साहब नूं कहो कि भाई थल्ले उतरो, मैदान दे विच कुछ नहीं बिगड़िया, डुੱਲੇ बेरां दा हाले भी संभालो। पंजाब नूं संभालण दी जरूरत है, अदरवाइज ये खलारा बहुत पै जाएगा। मैं जानदा इस दुनिया की डूंघाई, ये डरते नहीं बोलते, होर भी बहुत सज्जन जानते आ इस दुनिया की डूंघाई बहुत ज़्यादा है। जे इस तरह ही ये काम चलता रहा तो साडी इंडस्ट्री, कोई भी इंडस्ट्री है जिहड़ी वो बई बहुत हद तक प्रभावित होएगी। अनदर साडे वास्ते आने वाले समय च एक संकट हो जाएगा। असीं ते पहलां ही संकटां दे विच घिरे हुए हैं। सो इस करके बेनती है कि बई तुसीं आओ, मतलब कि PC करो, लोगों को जवाब दिओ जिहड़े भी सवाल हैगे आ। किड्डी को गल सी, तुसीं आप नहीं आ सकदे, हरेक जगह ते CM नहीं जा सकदा। मैं इस गल दे नाल मुतफिक हाँ।
ਹਰੇਕ ਸੱਥ ਦੇ ਵਿੱਚ ਹਰੇਕ ਪਿੰਡ 'ਚ ਸੀਐਮ ਨਹੀਂ ਜਾ ਸਕਦਾ, ਪਰ ਘੱਟੋ ਘੱਟ ਐਡਾ ਵੱਡਾ ਕਤਲकांड ਹੋ ਗਿਆ, ਐਡਾ ਵੱਡਾ ਕਤਲकांड ਹੋ ਗਿਆ, ਤੁਸੀਂ ਕੋਈ ਆਪਣਾ ਉੱਥੇ ਕੋਈ ਨੁਮਾਇੰਦਾ ਹੀ ਘੱਲ ਦਿੰਦੇ ਕਿ ਭਾਈ ਇਹ ਨੁਮਾਇੰਦਾ ਅਸੀਂ ਘੱਲ ਦਿੱਤਾ, ਸਾਨੂੰ ਪਲ ਦਰ ਪਲ ਰਿਪੋਰਟ ਪੇਸ਼ ਕਰੇਗਾ, ਤਾਂ ਆਪੇ ਲੋਕ ਜੁੜਦੇ ਕਿ ਹਾਂ ਭਾਈ ਮਾਨ ਸਾਹਿਬ ਜਿਹੜੇ ਆ ਉਹ ਇਸ ਘਟਨਾ ਦੇ ਨਾਲ ਜੁੜੇ ਹੋਏ ਆ, ਬਰੀਕ ਬੀਨੀ ਦੇ ਨਾਲ ਦੇਖ ਰਹੇ ਆ, ਉਹਨਾਂ ਦਾ ਨੁਮਾਇੰਦਾ ਲੋਕਾਂ 'ਚ ਬੈਠਾ ਹੈ, ਪੁਲਿਸ ਤੋਂ ਰਿਪੋਰਟ ਲੈ ਰਿਹਾ, ਇੰਟੈਲੀਜੈਂਸੀ ਤੋਂ ਰਿਪੋਰਟ ਲੈ ਰਿਹਾ। ਕਿੱਡੀ ਕੋਈ ਗੱਲ ਸੀਗੀ। ਸਾਨੂੰ ਵੀ ਪਤਾ ਕਿ ਤੁਸੀਂ ਹਰੇਕ ਜਗ੍ਹਾ ਨਹੀਂ ਆ ਸਕਦੇ ਮਾਨ ਸਾਹਿਬ, ਮੈਂ ਕਹਾਂ ਕਿ ਇੱਥੇ ਆ ਕੇ ਬੈਠ ਜਾਓ, ਉਹ ਕਹਿਣਗੇ ਇੱਥੇ ਆ ਕੇ ਬੈਠ ਜਾਓ, ਇੱਦਾਂ ਨਹੀਂ ਹੈ, ਤੁਸੀਂ ਆਪਣਾ ਕੰਮ ਕਰੋ, ਪਰ ਜਿੱਥੇ ਜ਼ਰੂਰੀ ਹੈ ਉੱਥੇ ਨਾ ਸਮਾਂ ਨਾ ਪਾਓ। ਔਰ ਦੂਜੀ ਗੱਲ ਹੈ ਕਿ ਅੱਜ ਦੇਖੋ ਸਿੱਧੂ ਮੂਸੇਵਾਲਾ ਮਰ ਗਿਆ, ਉਹਨੇ ਮੁੜਨਾ ਨਹੀਂ ਹੈ, ਪਰ ਸਿੱਧੂ ਮੂਸੇਵਾਲਾ ਬਹੁਤ ਸਾਰੇ ਪਰਦੇ ਚੁੱਕ ਗਿਆ, ਸੋ ਕਾਈਂਡਲੀ ਜਿਹੜੇ ਪਰਦੇ ਚੁੱਕੇ ਗਏ ਨੇ, ਜੋ ਲੋਹਾ ਗਰਮ ਹੈ ਉੱਥੇ ਸੱਟ ਕਰ ਲਓ, ਜੋ ਵੀ ਮਤਲਬ ਕਿ ਠੀਕ ਕੀਤਾ ਜਾ ਸਕਦਾ ਉਹਨੂੰ ਪਲੀਜ਼ ਠੀਕ ਕਰੋ। ਸੋ ਇੰਨੀਆਂ ਬੇਨਤੀਆਂ ਸੀ, ਇੰਨੀਆਂ ਗੁਜ਼ਾਰਿਸ਼ਾਂ ਸੀ ਕਿ ਬਾਈ ਇੱਕ PC ਕਰੋ ਸਾਹਿਬ ਔਰ ਇਹਨਾਂ ਸਵਾਲਾਂ ਦੇ ਜਵਾਬ ਦਿਓ। ਤੁਸੀਂ ਤੇ ਉੱਦਾਂ ਹੀ ਮਤਲਬ ਕਿ ਇੱਕ 1 ਵੇ ਕਮਿਊਨੀਕੇਸ਼ਨ ਰੱਖਿਆ, PC ਕਰਨ ਦੀ ਥਾਂ ਤੇ ਆਪ ਹੀ ਵੀਡੀਓ ਪਾ ਦਿੰਦੇ ਹੋ, ਜੋ ਮੋਦੀ ਵਾਲਾ ਪੈਟਰਨ ਹੈ, ਉੱਥੇ ਘਰ 'ਚ ਸਟੂਡੀਓ, ਘਰ ਦੀ ਗੱਡੀ, ਗੰਢਾ ਸਿੰਘ ਡਰਾਈਵਰ। ਸੋ ਇੰਨੀਆਂ ਬੇਨਤੀਆਂ ਨੇ ਕਿ ਬਾਈ ਤੁਸੀਂ ਪੰਜਾਬੀ ਹੋ, ਤੁਸੀਂ ਪੰਜਾਬੀਆਂ ਦੇ ਹੋ, ਤੁਹਾਡੇ ਲਈ ਸੁਨੇਹਾ ਮੈਂ NRIs ਜਿਹੜੇ ਸੀਗੇ ਕੁਛ ਉਹਨਾਂ ਦਾ ਸੁਨੇਹਾ ਵੀ ਦੇ ਦਿੱਤਾ, ਕੁਛ ਮੇਰੇ ਆਪਣੇ ਤੁਹਾਡੇ ਲਈ ਸੁਝਾਅ ਸਨ ਕਿ ਇੰਟੈਲੀਜੈਂਸੀ ਨੂੰ ਚੁਸਤ ਦਰੁਸਤ ਕਰੋ, ਇਹਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ, ਜਾਂ ਜੇ ਇਹਨੂੰ ਪਤਾ ਲੱਗ ਰਿਹਾ ਤੇ ਉਹ ਤੁਹਾਨੂੰ ਕਿਉਂ ਨਹੀਂ ਦੱਸ ਰਹੀ, ਜੇ ਤੁਹਾਨੂੰ ਦੱਸ ਰਹੀ ਹੈ ਤਾਂ ਕਿਉਂ ਨਹੀਂ ਇਹ ਖੇਡ ਠੀਕ ਹੋ ਰਹੀ। ਜੇਲ੍ਹਾਂ ਦਾ ਜਿੱਥੋਂ ਤੱਕ ਸਵਾਲ ਹੈ, ਤੁਹਾਡਾ ਬਹੁਤ ਵਧੀਆ ਡਿਸੀਜਨ ਹੈ ਕਿ ਹਰਪ੍ਰੀਤ ਸਿੱਧੂ ਜੀ ਨੂੰ ਇੱਥੇ ਲਾ ਦਿੱਤਾ, ਪਰ ਜੇਲ੍ਹਾਂ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦਿੰਦਾ, ਫਿਰ ਉਹ ਕਹਾਣੀ ਜੁੜੇਗੀ ਕਿ ਪਹਿਲਾਂ ਜੇਲ੍ਹਾਂ ਦੇ ਵਿੱਚ ਮੁਖਬਰੀ ਤੰਤਰ ਹੁੰਦਾ ਸੀ। ਮੈਂ ਸਿਰਫ 2 ਮਿੰਟਾਂ 'ਚ ਆਪਣੀ ਗੱਲ ਨੂੰ ਖਤਮ ਕਰ ਦਿਆਂਗਾ, 2 ਮਿੰਟਾਂ ਦੇ ਵਿੱਚ। ਪਹਿਲਾਂ ਮੈਂ ਲਾਸਟ ਵਾਰੀ ਤਾਂ ਮੈਂ 2007 'ਚ ਗਿਆ, ਉਸ ਤੋਂ ਬਾਅਦ ਨਹੀਂ, ਉਸ ਤੋਂ ਵੀ ਪਹਿਲਾਂ ਜਦੋਂ ਅਸੀਂ ਗਏ ਹਾਂ ਤਾਂ ਉੱਥੇ ਉਸ ਟਾਈਮ ਮੁਖਬਰੀ ਤੰਤਰ ਬਹੁਤ ਤਕੜਾ ਹੁੰਦਾ ਸੀਗਾ। ਸਾਡੀਆਂ ਬੈਰਕਾਂ 'ਚ ਮੈਨੂੰ ਅੱਜ ਵੀ ਯਾਦ ਹੈ, ਮੈਨੂੰ ਨਾਮ ਵੀ ਉਹਨਾਂ ਦੇ ਯਾਦ ਹੈ, ਜਿਹੜੇ ਸਾਰਾ ਮਤਲਬ ਕਿ ਸਮਾਂ ਨਿਗਰਾਨੀ ਕਰਦੇ ਹੁੰਦੇ ਸੀ ਕਿ ਟੋਇਲਟ 'ਚ ਜਾ ਕੇ ਕੌਣ ਭੰਗ ਪੀ ਰਿਹਾ, ਕੌਣ ਜੂਆ ਖੇਡ ਰਿਹਾ, ਕੌਣ ਗੋਲੀਆਂ ਵੇਚ ਰਿਹਾ, ਉਹ ਸਾਰੀ ਰਿਪੋਰਟ ਜਾਂਦੀ ਸੀ, ਰੋਜ਼ਾਨਾ ਰਿਪੋਰਟ ਜਾਂਦੀ ਸੀਗੀ। ਬਟ ਗੱਲ ਕੀ ਹੈ ਕਿ ਹੁਣ ਤੁਸੀਂ ਦੇਖੋਗੇ ਤਾਂ ਜੇਲ੍ਹਾਂ ਦਾ ਵੀ ਜਿਹੜਾ ਉਹ ਖੁਫੀਆ ਤੰਤਰ ਜਾਂ ਮੁਖਬਰੀ ਤੰਤਰ ਉਹ ਤੁਹਾਡਾ ਬਿਲਕੁਲ ਢਹਿ ਗਿਆ, ਕਿਉਂਕਿ ਉੱਥੇ ਮੁੰਡੇ ਇਕੱਠੇ ਹੋ ਗਏ, ਗਰੋਹਬਾਜ਼ੀ ਹੋ ਗਈ, ਉਹ ਡਰਦੇ ਨੇ, ਸਾਰੇ ਡਰਦੇ ਨੇ। ਸੋ ਇਸ ਕਰਕੇ ਤੁਹਾਡਾ ਉੱਥੇ ਵੀ ਇਹ ਮਸਲਾ ਵਿਗੜੇਗਾ ਤੇ ਤੁਸੀਂ ਕਮ ਸੇ ਕਮ ਇਹ ਕਰੋ ਕਿ ਚਿੱਟੇ ਤੇ ਚੋਟ ਕਰੋ, ਨਸ਼ਿਆਂ ਤੇ ਚੋਟ ਕਰੋ। ਆ ਜਿਹੜੇ ਛੋਟੇ ਕ੍ਰਾਈਮ ਆ ਇਹ ਰੁਕ ਜਾਣਗੇ ਤਾਂ ਅੱਜ ਤੁਸੀਂ ਦੇਖੋ 26,000 ਕੈਦੀ ਦੇ ਵਿੱਚੋਂ, 26,000 ਬੰਦੀਆਂ ਚੋਂ ਜੇ ਆਪਾਂ ਦੇਖੀਏ ਤਾਂ 23,000 ਅੰਡਰ ਟ੍ਰਾਇਲ ਹੈ, ਤੇ 23,000 ਅੰਡਰ ਟ੍ਰਾਇਲ ਦੇ ਵਿੱਚੋਂ ਵੀ ਜ਼ਿਆਦਾਤਰ ਆ ਛੋਟੇ ਕ੍ਰਾਈਮ ਵਾਲੇ ਆ। ਕਿਸੇ ਨੇ ਝਪਟਮਾਰੀ ਕਰ ਲਈ ਆ, ਕਿਸੇ ਨੇ ਥੋੜਾ ਬਹੁਤਾ ਨਸ਼ਾ ਵੇਚਿਆ, ਤਾਂ ਇਹਨਾਂ ਨੂੰ ਸਿੱਧੇ ਰਾਹ ਪਾ ਕੇ ਨਸ਼ੇ ਨੂੰ ਬੰਦ ਕਰਕੇ ਛੋਟਾ ਕ੍ਰਾਈਮ ਜਿਹੜਾ ਘਟਾ ਕੇ ਜੇਲ੍ਹਾਂ ਦੇ ਵਿੱਚ ਕਰਾਊਡ ਘੱਟ ਕਰੋ ਸਭ ਤੋਂ ਪਹਿਲਾਂ, ਜੇ ਕੁਝ ਠੀਕ ਕਰਨਾ ਜੇ। ਇਹ ਸਾਨੂੰ ਕਹਿਣਗੇ, ਪਰ ਸਾਡੀਆਂ ਗੱਲਾਂ ਜਿਹੜੀਆਂ ਉਹ ਵੀਰੇ ਕਾਗਜ਼ੀ ਨਹੀਂ ਹੁੰਦੀਆਂ, ਅਸੀਂ ਹੱਡਾਂ 'ਚ ਇਹ ਸਾਰੇ ਜਿਹੜੇ ਤਜਰਬੇ ਆ ਉਹ ਲਿਖੇ ਹੋਏ ਨੇ ਤਾਂ ਕਹਿ ਰਹੇ ਹਾਂ। ਸੋ ਇਸ ਕਰਕੇ ਇਹਦਾ ਹੱਲ ਇਹ ਆ ਕਿ ਓਵਰ ਕਰਾਊਡ ਜੇਲ੍ਹਾਂ ਨੇ ਤੁਹਾਡੀਆਂ ਮੇਰੇ ਖਿਆਲ ਦੇ ਨਾਲ 22,000 ਦੀ ਕਪੈਸਿਟੀ ਹੈ ਤੇ 26,000 ਇਸ ਟਾਈਮ ਨਜ਼ਰਬੰਦ ਆ ਬੰਦੀ। ਸੋ ਉਹ ਵੀ ਘਟਾਓ ਜਿਹੜੇ ਆ ਚੈਨੀਆਂ ਜਾਂ ਝਪਟਮਾਰੀ ਕਰਦੇ ਨੇ। ਸੋ ਇਹ ਕ੍ਰਾਈਮ ਜਿਹੜਾ ਨਸ਼ੇ ਨਾਲ ਜੁੜਿਆ ਹੋਇਆ ਹੈ। ਸੋ ਇਸ ਕਰਕੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਮਾਨ ਸਾਹਿਬ, ਸਾਡਾ ਸੁਨੇਹਾ ਤੁਹਾਨੂੰ ਕਿ ਥੋੜ੍ਹਾ ਜਿਹਾ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਚੁਸਤ ਦਰੁਸਤ ਕਰ ਲਓ, ਨਹੀਂ ਤੇ ਫਿਰ ਮੈਂ ਤੁਹਾਨੂੰ ਜਾਣ ਲੱਗਿਆ ਦੱਸ ਦੇਣਾ, ਜਿੱਥੇ ਜੋ ਗਾਲਾਂ ਕੱਢਣ ਵਾਲੇ ਸ਼ਾਇਦ ਪਾਰਟੀ ਸਮਰਥਕ ਉਹ ਵੀ ਸਹਿਮਤ ਹੋ ਜਾਣਗੇ ਕਿ ਦੇਖੋ ਇਹ ਜਿਹੜੀ ਤੁਹਾਡੀ ਜੋ ਵੀ ਸਫਲਤਾ ਹੈ ਨਾ ਮਾਨ ਸਾਹਿਬ, ਤੁਹਾਡੇ ਖਾਤੇ 'ਚ ਜਾ ਕੇ ਲੱਗਣੀ ਹੈ। ਜੇ ਤੁਸੀਂ ਸਫਲ ਹੋ ਗਏ ਤਾਂ ਪੰਜਾਬੀ ਕੀ ਕੌਮੀ ਪੱਧਰ ਤੇ ਤੁਹਾਡਾ ਅਕਸ ਜਿਹੜਾ ਬਹੁਤ ਸੁਧਰੇਗਾ। ਅਦਰਵਾਈਜ਼ ਤੁਹਾਨੂੰ ਤੁਹਾਡੀ ਪਾਰਟੀ ਨੇ ਕੱਲ ਨੂੰ ਲਾਂਭੇ ਕਰ ਦੇਣਾ, ਤੁਹਾਨੂੰ ਹੀ ਖਲਨਾਇਕ ਬਣਾ ਕੇ, ਫਿਰ ਨਾ ਕਿਹੋ, ਫਿਰ ਉਸ ਟਾਈਮ ਵੇਲਾ ਲੰਘ ਚੁੱਕਾ ਹੋਏਗਾ, ਸ਼ਾਇਦ ਲੋਕ ਵੀ ਤੁਹਾਡਾ ਸਮਰਥਨ ਨਹੀਂ ਕਰਨਗੇ। ਸੋ ਇਸ ਕਰਕੇ ਲੋਕ ਹਿੱਤਾਂ 'ਚ, ਪੰਜਾਬ ਹਿੱਤਾਂ 'ਚ ਜੋ ਵੀ ਬਣਦੇ ਫੈਸਲੇ ਨੇ ਉਹਨਾਂ ਫੈਸਲਿਆਂ ਨੂੰ ਕੁਇਕਲੀ ਲਾਓ। ਤੁਹਾਡੇ ਤੇ ਬੜੀ ਆਸ ਹੈ, ਉਮੀਦ ਆ। ਕੁਛ ਇੰਡਸਟਰੀਆਂ ਸਦਮੇ 'ਚ ਨੇ, ਉਹਨਾਂ ਨੂੰ